ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਚੱਲ ਰਹੀ ਹੈ। ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਰਵਾਲਸਰ ਨਾਂ ਦੇ ਅਸਥਾਨ 'ਤੇ ਜੋ ਮੇਲਾ ਲੱਗਾ ਸੀ, ਉੱਥੇ ਇਹ ਸਾਰੇ ਪਹਾੜੀ ਰਾਜੇ ਉਹਨਾਂ ਦੀਆਂ ਬੇਗਮਾਂ ਸਾਰੀਆਂ ਉੱਥੇ ਆਈਆਂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ। ਆਮ ਇਤਿਹਾਸ ਵਿੱਚ ਜੋ ਸਾਨੂੰ ਸੁਣਾਇਆ ਜਾਂਦਾ ਹੈ ਕਿ ਰਵਾਲਸਰ ਦੇ ਅਸਥਾਨ 'ਤੇ ਗੁਰੂ ਸਾਹਿਬ ਨੇ ਇਕੱਤਰਤਾ ਬੁਲਾਈ ਸੀ ਕਿ ਕਿਵੇਂ ਇਕੱਠੇ ਹੋ ਕੇ ਔਰੰਗਜ਼ੇਬ ਦੇ ਵਿਰੁੱਧ ਸਾਂਝੀ ਲੜਾਈ ਲੜੀ ਜਾਵੇ। ਔਰ ਇਹ ਵੀ ਸਾਨੂੰ ਦੱਸਿਆ ਜਾਂਦਾ ਹੈ ਕਿ ਉੱਥੇ ਪਹਾੜੀ ਰਾਜਿਆਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਤਾਂ ਸਾਡੀ ਸ਼ਰਤ ਹੈ ਕਿ ਸਾਨੂੰ ਅਲੱਗ ਵਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਛਕਾਇਆ ਜਾਵੇ। ਪਰ ਕਵੀ ਸੰਤੋਖ ਸਿੰਘ ਦੇ ਲਿਖੇ ਗ੍ਰੰਥ ਅਨੁਸਾਰ ਅਜਿਹੀ ਕੋਈ ਗੱਲਬਾਤ ਉੱਥੇ ਨਹੀਂ ਹੋਈ। ਦੂਜੀ ਗੱਲ, ਉੱਥੇ ਜਾਣ ਦਾ ਜੋ ਮਕਸਦ ਹੈ, ਮਨੋਰਥ ਹੈ, ਜਦੋਂ ਅਸੀਂ ਸਾਰਾ ਜਾਣਦੇ ਹਾਂ, ਉਹ ਸਿਰਫ ਗੁਰੂ ਸਾਹਿਬ ਦਾ ਪਰਿਵਾਰ, ਮਾਤਾ ਗੁਜਰੀ, ਇਹਨਾਂ ਗੁਰੂ ਸਾਹਿਬ ਦੇ ਮਹਿਲ, ਸਾਹਿਬਜ਼ਾਦੇ ਅਤੇ ਸਿੱਖਾਂ ਦੇ ਮਨ ਦੀ ਚਾਹਤ ਸੀ ਕਿ ਤੀਰਥ ਯਾਤਰਾ ਕਰਨੀ ਹੈ, ਤੀਰਥ ਦਾ ਇਸ਼ਨਾਨ ਕਰਨਾ ਹੈ ਔਰ ਰਵਾਲਸਰ ਦਾ ਮੇਲਾ ਦੇਖਣਾ ਹੈ। ਇਸ ਕਰਕੇ ਇਸ ਗ੍ਰੰਥ ਦੀ ਲਿਖਤ ਅਨੁਸਾਰ ਉੱਥੇ ਦਰਸ਼ਨ ਇਸ਼ਨਾਨ ਕਰਨ ਗਏ ਸਨ, ਨਾ ਕਿ ਕਿਸੇ ਹੋਰ ਯੋਜਨਾ ਦੇ ਤਹਿਤ। ਸੋ ਅੱਜ ਕਹਾਣੀ ਸਾਡੀ ਉੱਥੋਂ ਅੱਗੇ ਚੱਲਦੀ ਹੈ। ਸਾਰੇ ਪਹਾੜੀ ਰਾਜੇ ਉੱਥੋਂ ਵਾਪਸ ਆ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਰਹੇ। ਲਿਖਾਰੀ ਕੀ ਲਿਖਦਾ ਹੈ? ਗੁਰੂ ਗੋਬਿੰਦ ਸਿੰਘ ਜੀ ਉੱਥੇ ਤੀਰਥ 'ਤੇ ਇਸ਼ਨਾਨ ਕਰਦੇ ਸਨ। ਦੇਖੋ, ਅਸੀਂ ਕਿਸੇ ਜਗ੍ਹਾ ਰਹਿੰਦੇ ਹਾਂ, ਜਾਂਦੇ ਹਾਂ, ਉੱਥੇ ਨਹਾਉਣਾ ਜ਼ਰੂਰੀ ਹੈ। ਔਰ ਨਹਾਉਣਾ ਕਿੰਨੇ ਵਜੇ ਨਹਾਤੇ, ਕਿੰਨੇ ਵਜੇ ਰੋਟੀ ਖਾਧੀ, ਇਹ ਕੋਈ ਇਤਿਹਾਸ ਥੋੜ੍ਹੀ ਹੁੰਦਾ ਹੈ। ਪਰ ਕਿਉਂਕਿ ਇਹ ਲਿਖਾਰੀ ਸਿੱਖਾਂ ਦੇ ਵਿੱਚ ਉਹ ਗੁਰੂ ਨਾਨਕ ਗਾਡੀ ਰਾਹ ਤੋਂ ਸਿੱਖਾਂ ਨੂੰ ਹਟਾ ਕੇ ਇੱਕ ਨਵੇਂ ਆਪਣੇ ਪੁਰਾਣੇ ਰਾਹ 'ਤੇ, ਭਾਵ ਗੁਰੂ ਨਾਨਕ ਤੋਂ ਪਹਿਲੇ ਰਾਹ 'ਤੇ, ਤੀਰਥਾਂ ਦੇ ਇਸ਼ਨਾਨ ਦੇ ਚੱਕਰ ਵਿੱਚ ਫਸਾਉਣਾ ਚਾਹੁੰਦਾ ਹੈ। ਕਿਉਂਕਿ ਗੁਰਬਾਣੀ ਦਾ ਵਿਧਾਨ ਹੈ, ਤੀਰਥ ਨਾਵਣ ਜਾਊਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਮਤਿ ਦਾ ਤੀਰਥ ਸ਼ਬਦ ਦੀ ਵਿਚਾਰ, ਗੁਰੂ ਦੇ ਗਿਆਨ, ਸੱਚੇ ਗਿਆਨ ਵਿੱਚ ਇਸ਼ਨਾਨ ਕਰਨ ਨੂੰ ਤੀਰਥ ਇਸ਼ਨਾਨ ਕਿਹਾ ਗਿਆ ਹੈ। ਪਰ ਇਹ ਪਾਣੀ ਵਾਲੇ ਇਸ਼ਨਾਨ ਨੂੰ ਹੀ ਤੀਰਥ ਇਸ਼ਨਾਨ ਸਾਡੇ ਉੱਤੇ ਮੜਨ ਲਈ ਇਹ ਗੁਰੂ ਸਾਹਿਬਾਨ ਤੋਂ ਕਰਾਏਗਾ। ਫਿਰ ਮਾਤਾ ਗੁਜਰੀ ਵੀ ਉੱਥੇ ਤੀਰਥ ਇਸ਼ਨਾਨ ਕਰਦੇ ਨੇ, ਵਾਰ-ਵਾਰ ਤੀਰਥ ਇਸ਼ਨਾਨ ਦੀ ਗੱਲ। ਗੁਰੂ ਗੋਬਿੰਦ ਸਿੰਘ ਜੀ ਉੱਥੇ ਪਿੱਛੇ ਤਾਂ ਰਹੇ ਕਿ ਉਹ ਤੀਰਥ ਇਸ਼ਨਾਨ ਕਰਨਾ ਸੀ, ਦੂਜਾ ਉਹਨਾਂ ਨੇ ਪਹਾੜਾਂ ਦੀ ਸੈਲ ਕਰਨੀ ਸੀ। ਅੱਗੇ ਜਿਹੜੀ ਕਹਾਣੀ ਅਸੀਂ ਚੱਲਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਦਿਨ ਸਿੰਘਾਂ ਨਾਲ ਚਲੇ, ਪਹਾੜਾਂ 'ਤੇ ਚੜ੍ਹਦੇ ਗਏ, ਅਖੀਰ ਇੱਕ ਜਗ੍ਹਾ ਆ ਕੇ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਜਾਂ ਤਾਂ ਇੱਥੇ ਰੁਕ ਜਾਓ ਜਾਂ ਵਾਪਸ ਡੇਰੇ ਚਲੇ ਜਾਓ। ਅੱਗੇ ਸਿੱਖ ਉੱਥੋਂ ਵਾਪਸ ਆ ਗਏ, 5 ਸਿੱਖ ਗੁਰੂ ਸਾਹਿਬ ਨੇ ਨਾਲ ਰੱਖੇ। ਅੱਗੇ ਜਦ ਚੜ੍ਹੇ ਤਾਂ ਇੱਕ ਬੰਦਾ ਆਇਆ, ਉਸਨੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਜੀ ਨੇ ਪੁੱਛਿਆ, ਤੂੰ ਕੌਣ ਹੈ? ਉਹ ਕਹਿੰਦੇ, ਜੀ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਰੇਵਾ ਦਾ ਪੁੱਤਰ ਰਵਾਲ ਹਾਂ। ਮੈਂ ਇੱਥੇ ਬਹੁਤ ਸਾਲ ਇੱਥੇ ਮੈਂ ਰਾਜ ਕੀਤਾ। ਮੇਰੀ ਮਾਂ ਦਾ ਨਾਂ ਰੇਵਾ ਸੀ। ਉਸਨੇ ਮੈਨੂੰ ਇੱਕੋ ਹੀ ਉਪਦੇਸ਼ ਦਿੱਤਾ ਸੀ ਕਿ ਪੁੱਤਰ, ਸੰਸਾਰ ਵਿੱਚ ਜੇ ਵੱਡੇ ਬਣਨਾ ਹੈ, ਕੁਝ ਪ੍ਰਾਪਤ ਕਰਨਾ, ਤੇ ਤਪ ਕਰਨਾ, ਤਪ ਤੋਂ ਬਗੈਰ ਹੋਰ ਕੋਈ ਸਾਧਨ ਨਹੀਂ। ਆ ਵੀ ਇੱਕ ਗੱਲ ਜਿਹੜੀ ਸਿੱਖਾਂ ਵਿੱਚ ਵਾਰ-ਵਾਰ ਘਸੋੜੀ ਜਾ ਰਹੀ ਹੈ, ਥੋਪੀ ਜਾ ਰਹੀ ਹੈ। ਤਪ ਕਰਨਾ
ਗੁਰੂ ਨਾਨਕ ਦਾ ਮਤ ਤਪਾਂ ਦਾ ਖੰਡਨ ਕਰਦਾ ਹੈ। ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਤਰ ਪੀਰੀ ਸੰਭਾਲ। ਸਿੱਖੀ ਤਪਾਂ ਦਾ ਖੰਡਨ ਕਰਦੀ ਹੈ, ਪਰ ਇਹ ਗ੍ਰੰਥ ਵਾਰ-ਵਾਰ ਤੀਰਥ ਇਸ਼ਨਾਨ ਤਪ ਸਾਡੇ ਵਿੱਚ ਬਾੜ ਰਿਹਾ ਹੈ, ਜ਼ਬਰਦਸਤੀ ਬਾੜ ਰਿਹਾ। ਸੁਰਵਾਲ ਕਹਿ ਰਿਹਾ, ਮਾਂ ਨੇ ਤਪ ਕਰਨ ਨੂੰ ਕਿਹਾ ਸੀ ਤੇ ਮੈਂ ਮਾਂ ਦੀ ਗੱਲ ਮੰਨੀ ਤਾਂ 3 ਯੁੱਗ ਤੱਕ ਤਪ ਕੀਤਾ। ਉਸ ਦਾ ਫਲ ਇਹ ਹੋਇਆ ਕਿ ਮੈਂ ਸ਼ਿਵ ਜੀ ਦੀ ਆਰਾਧਨਾ ਕੀਤੀ ਸੀ, ਤਾਂ ਮੇਰੇ ਤਪ ਨੂੰ ਦੇਖ ਕੇ ਖੁਸ਼ ਹੋਇਆ ਬ੍ਰਹਮਾ ਨੇ ਦਰਸ਼ਨ ਦਿੱਤੇ। ਮੈਨੂੰ ਕਹਿੰਦੇ ਮੰਗ ਜੋ ਮੰਗਣਾ। ਮੈਂ ਪਹਿਲਾਂ ਤਾਂ ਕਿਹਾ ਕੁਝ ਨਹੀਂ ਚਾਹੀਦਾ, ਫਿਰ ਬ੍ਰਹਮਾ ਨੇ ਦੁਬਾਰਾ ਕਿਹਾ ਮੰਗ ਜੋ ਮੰਗਣਾ, ਤਾਂ ਭਾਈ ਮੈਂ ਮੰਗਿਆ ਰਾਜ ਭਾਗ। ਤੇ ਬ੍ਰਹਮਾ ਨੇ ਵਿਸ਼ਵਕਰਮਾ ਨੂੰ ਬੁਲਾਇਆ ਤੇ ਬਹੁਤ ਸਾਰੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਆ ਜਿਹੜੀ ਮੰਡੀ ਵਾਲਾ ਸਥਾਨ ਹੈ ਇਹ ਉਦੋਂ ਦਾ ਬਣਿਆ ਹੋਇਆ ਹੈ ਔਰ ਵਿਸ਼ਵਕਰਮਾ ਨੇ ਬਣਾਇਆ ਸੀ। ਔਰ ਦੂਜੀ ਗੱਲ, ਫਿਰ ਮੈਂ 63 ਯੁੱਗ ਇੱਥੇ ਰਾਜ ਕੀਤਾ। 63 ਯੁੱਗ, ਅੰਦਾਜ਼ਾ ਲਗਾਓ ਮੰਡੀ ਸ਼ਹਿਰ ਕਿੰਨਾ ਪੁਰਾਣਾ ਹੋਊ। 63 ਯੁੱਗ, 3 ਯੁੱਗ ਭਗਤੀ ਕੀਤੀ, ਤਪੱਸਿਆ ਕੀਤੀ, 63 ਯੁੱਗ ਰਾਜ ਕੀਤਾ। ਫਿਰ ਕਹਿੰਦੇ ਕੀ ਹੋਇਆ ਕਿ ਮੇਰੀ ਲੜਾਈ ਹੋ ਗਈ। ਲੜਾਈ ਜਦ ਹੋ ਗਈ ਤਾਂ ਲੜਾਈ ਦੇ ਵਿੱਚ ਮੈਂ ਆਪਣੇ ਦੁਸ਼ਮਣ ਨੂੰ ਬਹੁਤ ਮਾਰਿਆ, ਪਰ ਅਖੀਰ ਇੱਕ ਟਾਈਮ ਐਸਾ ਹੋਇਆ, ਦੁਸ਼ਮਣ ਕੌਣ ਸੀ? ਜਸ਼। ਅਸਲ ਜੋ ਰਵਾਲ ਹੈ ਇਹ ਨਾਗ ਹੈ, ਨਾਗਾਂ ਦੀ ਕੁਲ ਚੋਂ ਹੈ। ਔਰ ਜਿਹੜੇ ਜਸ਼ ਹੈ ਉਹ ਸੱਪਾਂ ਔਰ ਨਾਗਾਂ ਦੀ ਲੜਾਈ ਹੁੰਦੀ ਹੈ। ਔਰ ਅਖੀਰ 'ਚ ਕਹਿੰਦਾ ਮੈਨੂੰ ਜੱਸ਼ਾਂ ਨੇ ਬਹੁਤ ਕੁੱਟਿਆ, ਬਹੁਤ ਮਾਰਿਆ, ਹੁਣ ਮੈਂ ਤੁਹਾਡੀ ਸ਼ਰਨ ਆਇਆ ਹਾਂ, ਤੁਸੀਂ ਮੇਰੀ ਮਦਦ ਕਰੋ। ਗੁਰੂ ਸਾਹਿਬ ਨੇ ਆਪਣਾ ਧੁਨਖ ਲਿਆ ਤੇ ਇੱਕ ਤੀਰ ਖਿੱਚ ਕੇ ਬਹੁਤ ਜ਼ੋਰ ਦੇ ਨਾਲ ਪਹਾੜਾਂ ਦੇ ਵਿੱਚ ਛੱਡਿਆ। ਤਾਂ ਉੱਥੇ ਕੀ ਹੋਇਆ, ਇਤਨਾ ਥਰਥਰਾਹਟ ਪੈਦਾ ਹੋਈ ਤਾਂ ਇੱਕ ਬੰਦਾ ਉੱਥੋਂ ਬਾਹਰ ਨਿਕਲਿਆ। ਉਸਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ। ਗੁਰੂ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ? ਉਹ ਕਹਿਣ ਲੱਗਾ ਜੀ ਮੈਂ ਜੱਛਾਂ ਦਾ ਜਥੇਦਾਰ ਹਾਂ ਤੇ ਤੁਹਾਨੂੰ ਮੇਰੀ ਬੇਨਤੀ ਹੈ ਕਿ ਸਾਡੀ ਲੜਾਈ ਵਿੱਚ ਤੁਸੀਂ ਨਾ ਪਾਓ। ਤਾਂ ਗੁਰੂ ਸਾਹਿਬ ਉਹਦੀ ਸਾਰੀ ਗੱਲ ਸੁਣਦੇ ਰਹੇ। ਫਿਰ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ, ਲੜਾਈ ਝਗੜੇ ਵਿੱਚ ਕੁਝ ਨਹੀਂ ਰੱਖਿਆ ਹੋਇਆ, ਤੁਸੀਂ ਆਪਸ ਵਿੱਚ ਪਿਆਰ ਨਾਲ ਰਹੋ। ਕਹਿਣ ਤੋਂ ਭਾਵ ਲੰਮੀ ਚੌੜੀ ਵਾਰਤਾ ਤੋਂ ਬਾਅਦ ਇਹਨਾਂ ਦਾ ਸਮਝੌਤਾ ਹੋ ਗਿਆ। ਜਦੋਂ ਸਮਝੌਤਾ ਹੋ ਗਿਆ ਤਾਂ ਉਹ ਵਾਪਸ ਕਮੇਰ ਕੋਲ ਗਿਆ। ਕਮੇਰ ਉਹਨਾਂ ਦਾ ਲੀਡਰ ਸੀ, ਜਿਹੜਾ ਪੈਸੇ ਧੇਲੇ ਦਾ ਮਾਲਕ ਹੈ, ਮਨਿਸਟਰ ਹੈ। ਉਹਦੇ ਕੋਲ ਜਾ ਕੇ ਉਸਨੇ ਗੁਰੂ ਸਾਹਿਬ ਜੀ ਦਾ ਸੁਨੇਹਾ ਦਿੱਤਾ। ਕਮੇਰ ਬੜਾ ਖੁਸ਼ ਹੋਇਆ। ਹੁਣ ਅੱਜ ਦੀ ਕਹਾਣੀ ਅਸੀਂ ਇੱਕ ਅਜੀਬ ਘਟਨਾ ਦੇ ਬਾਰੇ ਵਿਚਾਰ ਕਰਨੀ ਹੈ। ਉਹ ਘਟਨਾ ਕੀ ਹੈ? ਉਹ ਘਟਨਾ ਹੈ ਕਿ ਜਦੋਂ ਜਥੇਦਾਰ ਵਿਦਾ ਹੋ ਗਿਆ ਤੇ ਕਮੇਰ ਵੀ ਵਿਦਾ ਹੋਣ ਤੋਂ ਪਹਿਲਾਂ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਗੱਲ ਦੱਸਦਾ ਹੈ ਕਿ ਦੇਖੋ ਜੀ ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ, ਇੱਕ ਗੱਲ ਦੱਸਣੀ ਆ। ਗੱਲ ਇਹ ਹੈ ਕਿ ਆਪ ਦੇ ਉੱਤੇ 1 ਸਾਲ ਵਿਪਤਾ ਆਉਣ ਵਾਲੀ ਹੈ। ਪੂਰਾ 1 ਸਾਲ ਤੁਹਾਡੇ ਉੱਤੇ ਬਹੁਤ ਵੱਡੀ ਤਕਲੀਫ ਹੋਣ ਵਾਲੀ ਹੈ। ਹੁਣ ਮੈਂ ਗੱਲ ਜਿਹੜੀ ਕਰਨੀ ਹੈ ਕਿ ਇੱਕ ਪਾਸੇ ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਅਕਾਲ ਪੁਰਖ ਰੱਬ ਲਿਖਦਾ ਕਿ ਉਹ ਆਪ ਮਾਲਕ ਸੀ।
ਔਰ ਦੂਜੇ ਪਾਸੇ ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਨੀਵਾਂ ਦਿਖਾ ਦਿੰਦਾ ਕਿ ਇੱਕ ਜੋ ਆਮ ਇਨਸਾਨ ਜਿਹੜਾ ਹੈ, ਰਿਵਾਲ ਤਾਂ ਦੱਸ ਰਿਹਾ ਕਿ ਤੁਹਾਡੇ ਤੇ ਵਿਪਤਾ ਆਉਣ ਵਾਲੀ ਹੈ, ਰਿਵਾਲ ਨੂੰ ਪਤਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਮੇਰੇ ਤੇ ਵਿਪਤਾ ਆਉਣ ਵਾਲੀ ਹੈ। ਆ ਵਿਪਤਾ ਹੋਣ ਦਾ ਕਾਰਨ ਸੁਣਿਓ ਜ਼ਰਾ। ਰਿਵਾਲ ਕੀ ਕਹਿ ਰਿਹਾ? ਰਿਵਾਲ ਕਹਿੰਦਾ ਜੀ, ਵਿਪਤਾ ਹੋਣੇ ਅਨੇਕ ਵਿਧੀਆਂ ਦੇ ਕਲੇਸ਼ ਉੱਠਣਗੇ, ਤੁਹਾਨੂੰ ਵਿਸ਼ੇਸ਼ ਵਿਪਤਾ ਪਵੇਗੀ, ਤਦ ਮੈਂ ਤੁਹਾਨੂੰ ਇੱਕ ਵਾਰ ਮਿਲਾਂਗਾ, ਇਸ ਦਾ ਕਾਰਨ ਉਚਾਰਨ ਕਰਾਂਗਾ, ਤੁਹਾਨੂੰ ਦੱਸਾਂਗਾ ਕਿ ਤੁਹਾਡੇ ਤੇ ਵਿਪਤਾ ਕਿਉਂ ਆਉਣ ਵਾਲੀ ਹੈ। ਵਿਪਤਾ ਆਉਣ ਦਾ ਕਾਰਨ ਜੋ ਦੱਸਦਾ ਹੈ ਉਹ ਇਹ ਹੈ, ਗਾਇਤਰੀ ਜਿਹੜੀ ਸਭ ਵੇਦਾਂ ਦੀ ਮਾਂ ਹੈ, ਉਸ ਦੇ ਹਿਰਦੇ ਵਿੱਚ ਬੜਾ ਕ੍ਰੋਧ ਉਪਜਿਆ ਕਿ ਗੁਰੂ ਜੀ ਨੇ ਉਸ ਦਾ ਅਪਮਾਨ ਕੀਤਾ ਹੈ, ਮੈਨੂੰ ਅੰਗੀਕਾਰ ਨਹੀਂ ਕੀਤਾ ਹੈ। ਕਦੋਂ? ਸੁਣੋ, ਪੰਥ ਨੂੰ ਇਹ ਉਪਦੇਸ਼ ਨਹੀਂ ਦਿੱਤਾ ਹੈ, ਪਾਪ ਪੰਥ ਨੂੰ ਇਹ ਉਪਦੇਸ਼ ਨਹੀਂ ਦਿੱਤਾ ਕਿ ਉਹ ਗਾਇਤਰੀ ਪਾਠ ਕਰਿਆ ਕਰੇ। ਮੈਨੂੰ ਪੂਰੀ ਤਰ੍ਹਾਂ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ। ਗਾਇਤਰੀ ਹਿੰਦੂ ਧਰਮ ਅਨੁਸਾਰ ਇੱਕ ਦੇਵੀ ਹੈ ਔਰ ਉਸ ਦੀ ਉਹ ਬਹੁਤ ਪਿਆਰ ਅਤੇ ਲਗਨ ਨਾਲ ਪੂਜਾ ਕਰਦੇ। ਜਿਨ੍ਹਾਂ ਦਾ ਇਸ਼ਟ ਹੈ, ਜਿਹੜੇ ਉਸ ਨੂੰ ਦੇਵੀ ਮੰਨਦੇ ਨੇ, ਉਹਨਾਂ ਦਾ ਪੂਰਾ ਹੱਕ ਹੈ ਕਿ ਉਹ ਜਿਵੇਂ ਚਾਹੁਣ ਉਹ ਦੇਵੀ ਦੀ ਪੂਜਾ ਕਰਨ, ਜਿੰਨਾ ਚਾਹੁਣ ਉਹ ਦੇਵੀ ਨੂੰ ਪਿਆਰ ਕਰਨ। ਪਰ ਅਸੀਂ ਸਿੱਖੀ ਬਾਰੇ ਇਹ ਗੱਲ ਕਰਨੀ ਹੈ। ਉਹ ਦੇਵੀ ਦੀ ਕਿਹੋ ਜਿਹੀ ਹੈ ਉਸ ਬਾਰੇ ਮੈਂ ਦੱਸ ਦੇਵਾਂ। ਉਸ ਦੇ 5 ਸਿਰ ਹਨ, 10 ਅੱਖਾਂ ਹਨ। 10 ਅੱਖਾਂ ਨਾਲ, 8 ਅੱਖਾਂ ਨਾਲ ਤੇ ਉਹ 8 ਦਿਸ਼ਾਵਾਂ ਵੱਲ ਦੇਖਦੀ ਹੈ। ਇੱਕ ਅੱਖ ਵੱਲ ਧਰਤੀ ਵੱਲ ਦੇਖਦੀ ਹੈ ਅਤੇ ਇੱਕ ਅੱਖ ਨਾਲ ਉਹ ਅਸਮਾਨ ਵੱਲ ਦੇਖਦੀ ਹੈ। 10 ਹੱਥਾਂ ਵਿੱਚ ਬਹੁਤ ਸਾਰੇ ਅਸਤਰ ਸ਼ਸਤਰ ਹਥਿਆਰ ਫੜੇ ਹੋਏ ਨੇ। ਦੇਵੀ ਜਿਹੜੀ ਹੈ ਗੁਲਾਬ ਦੇ ਫੁੱਲ ਉੱਤੇ ਬੈਠੀ ਹੈ, ਰਾਜ ਹੰਸ ਉਸ ਦਾ ਵਾਹਨ ਹੈ। ਸੋ ਇਹ ਦੇਵੀ ਜੋ ਹਿੰਦੂ ਧਰਮ ਔਰ ਦੇਵੀ ਗਾਇਤਰੀ ਮੰਤਰ ਜੋ ਹੈ, ਗਾਇਤਰੀ ਮੰਤਰ ਜਿਹੜਾ ਹੈ ਉਹ ਹਿੰਦੂ ਲੋਕ ਹਮੇਸ਼ਾ ਪੜ੍ਹਦੇ ਨੇ ਔਰ ਇਹ 2 ਵੇਦਾਂ ਦੇ ਜੋੜ ਤੋਂ ਬਣਾਇਆ ਗਿਆ। ਯਜੁਰਵੇਦ ਔਰ ਰਿਗਵੇਦ ਦੇ ਵਿੱਚੋਂ ਅੰਸ਼ ਲੈ ਕੇ ਇਹ ਗਾਇਤਰੀ ਮੰਤਰ ਬਣਾਇਆ ਗਿਆ ਹੈ। ਇਸ ਨੂੰ ਬਹੁਤ ਪਵਿੱਤਰ ਅਤੇ ਸ਼ਰਧਾ ਕਾਮਨਾ ਪੂਰਨ ਕਰਨ ਵਾਲਾ ਮੰਤਰ ਮੰਨਿਆ ਜਾਂਦਾ ਹੈ। ਸੋ ਇਹ ਉਸ ਦੀ ਜੋ ਅਸਲੀਅਤ ਲਿਖੀ ਹੋਈ ਹੈ। ਹੁਣ ਅਸੀਂ ਇਸ ਦੇ ਉੱਤੇ ਅੱਗੇ ਵਿਚਾਰ ਕਰਾਂਗੇ ਕਿ ਪੰਡਿਤ ਨੇ, ਬ੍ਰਾਹਮਣ ਨੇ ਗਾਇਤਰੀ ਬਾਰੇ ਕਿਹੜੀਆਂ ਕਹਾਣੀਆਂ ਬਣਾਈਆਂ ਹੋਈਆਂ ਹਨ। ਪੰਥ ਨੂੰ ਇਹ ਉਪਦੇਸ਼ ਨਹੀਂ ਦਿੱਤਾ ਹੈ, ਮੈਨੂੰ ਪੂਰੀ ਤਰ੍ਹਾਂ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ, ਸਰਬ ਮਰਜ਼ਾਦਾ ਸਥਾਪਿਤ ਕੀਤੀ ਹੈ, ਚਤਰ ਹਿੰਦੂ ਧਰਮ ਨੂੰ ਧਰਤੀ 'ਤੇ ਰੱਖਿਆ ਹੈ। ਇਸ ਜਗ੍ਹਾ ਕਵੀ ਇਹ ਵੀ ਇੱਕ ਤਰ੍ਹਾਂ ਸਾਡੇ 'ਤੇ ਠੋਸ ਰਿਹਾ ਹੈ ਕਿ ਖਾਲਸਾ ਕੋਈ ਅਲੱਗ ਧਰਮ, ਅਲੱਗ ਕੌਮ ਨਹੀਂ ਹੈ। ਖਾਲਸਾ ਹਿੰਦੂਆਂ ਦਾ ਹੀ ਇੱਕ ਹਿੱਸਾ ਹੈ। ਜਿਹੜੇ ਵੀਰ ਇਸ ਗ੍ਰੰਥ ਨੂੰ, ਸੂਰਜ ਪ੍ਰਕਾਸ਼ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਆਪਣਾ ਸਿੱਖ ਇਤਿਹਾਸ ਦਾ ਸੋਮਾ ਮੰਨਦੇ ਹਨ, ਤਾਂ ਉਹਨਾਂ ਨੂੰ ਡਾਂਕੇ ਦੀ ਚੋਟ ਨਾਲ ਡਿਕਲੇਅਰ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਹਿੰਦੂ ਹੀ ਹਾਂ। ਦੋਨੋਂ ਗੱਲਾਂ ਨਹੀਂ ਹੋਣੀਆਂ। ਇੱਕ ਪਾਸੇ ਇਹ ਕਹੀ ਜਾਂਦੇ ਨੇ ਸਿੱਖ ਵੱਖਰੀ ਕੌਮ ਹੈ ਔਰ ਦੂਜੇ ਪਾਸੇ ਇਸ ਗ੍ਰੰਥ ਨੂੰ ਕਹੀ ਜਾਂਦੇ ਸਾਡਾ ਇਤਿਹਾਸਕ ਸੋਮਾ। ਇਸ ਗ੍ਰੰਥ ਅਨੁਸਾਰ ਸਿੱਖ ਕੋਈ ਵੱਖਰੀ ਕੌਮ ਨਹੀਂ ਹੈ। ਇੱਕ ਮੈਨੂੰ ਹੀ ਹਿਰਦੇ ਤੋਂ ਵਸਾ, ਮੰਨ ਲਓ ਹਿੰਦੂ ਧਰਮ ਨੂੰ ਰੱਖਿਆ ਹੈ, ਪਰ ਮੈਨੂੰ ਗਾਇਤਰੀ ਮੰਤਰ ਨੂੰ ਹਿਰਦੇ ਤੋਂ ਵਸਾਰਿਆ ਹੈ। ਇਸ ਕਰਕੇ ਮੈਂ ਗੁੱਸੇ ਵਿੱਚ ਆ ਕੇ ਸਰਾਪ ਉਚਾਰਨ ਕੀਤਾ ਹੈ।
1 ਸਾਲ ਵਿਪਤਾ ਭੋਗੋਗੇ। हे ਗਿਆਨ ਦੇ ਸਾਗਰ, ਇਹੋ ਕਾਰਨ ਹੈ। ਫੌਲ ਛਕਾ ਕੇ ਪੰਥ ਪ੍ਰਗਟ ਕੀਤਾ ਹੈ ਤੇ ਆਪ ਵੀ ਪ੍ਰਸੰਨ ਹੋ ਕੇ ਅੰਮ੍ਰਿਤ ਛਕਿਆ ਹੈ। ਮੇਰੇ ਬਗੈਰ ਸਭ ਕਾਰਜ ਕੀਤੇ ਹਨ। ਇਸ ਪ੍ਰਕਾਰ ਵਿਚਾਰ ਕੇ ਗੁੱਸੇ ਵਿੱਚ ਉਚਾਰਨ ਕੀਤਾ ਹੈ। ਇਹ ਹੈ ਗਾਇਤਰੀ ਦੇਵੀ ਦਾ ਕਹਿਣਾ। ਸੋ ਆਓ ਅਸੀਂ ਅੱਗੇ ਦੇਖਦੇ ਹਾਂ ਕਿ ਅੱਗੇ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਇਸ ਗਾਇਤਰੀ ਦਾ ਜੋ ਹੈ ਕੀ ਵਿਧਾਨ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਜੋ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਹਦੇ ਵਿੱਚ ਗਾਇਤਰੀ ਦੇਵੀ ਬਾਰੇ ਗਾਇਤਰੀ ਦੇ ਬਾਰੇ ਭਗਤ ਨਾਮਦੇਵ ਜੀ ਦੱਸਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਓ ਰੇ ਰਹਾਓ। ਹੇ ਪਾਂਡੇ, ਮੈਂ ਤਾਂ ਇਸੇ ਜਨਮ ਵਿੱਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ, ਪਰ ਤੂੰ ਮੂਰਖ ਹੀ ਰਹਿਓ, ਤੈਨੂੰ ਦਰਸ਼ਨ ਨਹੀਂ ਹੋਇਆ। ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ ਹੈ। पांडे तुमरी गायत्री लोधे का खेत खाती थी, लेकर ठेंगा टंगरी तोड़ी लांगत लांगत जाती थी। असल विच की है, भगत नामदेव जी की कहना चाह रहे ने। पंडित जी एक पासे गायत्री नूं इतना महान ते पवित्र कहते हो, उसका पाठ करते हो, उसकी पूजा करते हो, फिर उस गायत्री दे नाल इहो जिहियां कहानियां तुसी बना के घड़ के जोड़ दित्तियां कि भाई वो गां, उसनूं श्राप मिल गया देवी नूं, वो गां बन गई। गां जिहड़ी किसी जट दे खेत दे विच जाके फसल नुकसान किया, उस जट ने, लोधे जट ने ਉਹਦੇ ਡਾਂਗ ਮਾਰੀ, ਉਹਦੀ ਟੰਗ ਟੁੱਟ ਗਈ, ਉਹ ਲੰਗੜੀ ਲੰਗੜੀ ਜਾਂਦੀ ਸੀ। ਮਤਲਬ ਤੁਹਾਨੂੰ ਆਪਣੇ ਇਸ਼ਟ ਉੱਤੇ ਵਿਸ਼ਵਾਸ ਹੀ ਨਹੀਂ ਹੈ ਤਾਂ ਭਈ ਫਿਰ ਤੁਹਾਨੂੰ ਪ੍ਰਾਪਤ ਕੀ ਹੋਣਾ। ਉਹਦੀ ਪੂਜਾ ਵੀ ਕਰੀ ਜਾਂਦੇ ਹੋ ਔਰ ਉਸ ਦੀ ਬਦਨਾਮੀ ਵੀ ਕਰੀ ਜਾਂਦੇ ਹੋ। ਇਹ ਗਾਇਤਰੀ ਦੇਵੀ ਹੈ ਜਿਸ ਦਾ ਮਤਲਬ ਆਪਣੀ ਟੰਗ ਤੋੜ ਦਿੱਤੀ ਗਈ ਔਰ ਉਹ ਲੰਗੜਾ ਕੇ ਤੁਰਦੀ ਆ। ਉਸ ਗਾਇਤਰੀ ਦੇਵੀ ਦੇ ਸਰਾਫ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਪਤਾ ਹੋਣੀ ਦੱਸ ਰਿਹਾ ਹੈ ਇਹ ਕਵੀ। ਇਹ ਗਾਇਤਰੀ ਮੰਤਰ ਨੂੰ ਸਾਡੇ 'ਤੇ ਲੋਡ ਕਰਨਾ ਚਾਹੁੰਦਾ ਹੈ ਕਿ ਸਿੱਖਾਂ ਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗਲਤੀ ਕਰ ਲਈ ਸੀ, ਹੁਣ ਸਿੱਖ ਗਲਤੀ ਨਾ ਕਰਨ। ਇਹ ਗਾਇਤਰੀ ਦੇਵੀ ਦੇ ਮੰਤਰ, ਗਾਇਤਰੀ ਮੰਤਰ ਨੂੰ ਜ਼ਰੂਰ ਪੜ੍ਹਿਆ ਕਰਨ। ਲੈ ਕਰ ਠੇਗਾ टगरी तोड़ी लांगत लांगत जाती थी, पांडे तुमरा महादेव धौले बल्द चढ़िया आवत देखिया था। फिर भगत नामदेव जी कहते ने कि तुहाडा जिहड़ा है महादेव वो भी बल्द ते चढ़िया देखिया मैं। वो कहते की होया, मोदी के कर खाना पाका वाका लड़का मारिया था। महादेव नूं ये कहते बहुत क्रोधी है, मतलब एक पासे उसनूं अपना इष्ट कहते हो, उसनूं वड्डा कहते हो, दूसरे पासे उहदे उत्ते एडा वड्डा इल्ज़ाम लगाउंदे हो कि वो एडा क्रोधी सी, गुस्सेखोर सी। किसी ने उसनूं घर विच भोजन छकाउण नूं सद्दिया, भोजन स्वाद नहीं लगा, उसने उसके लड़के का सिर वड़ दिता सी, उसके मुंडे नूं मार दिता सी। कमाल है, दोनों विचों एक गल सही नहीं है। जे तो वो एडा भैड़ा सी तो फिर तुसी उसनूं अपना इष्ट क्यों मानते हो, उसकी पूजा क्यों करते हो। जे वो चंगा सी तो भाई फिर उसकी बदनामी क्यों करते हो। यह कुछ अगे आपां देखांगे, सिखां ने कुछ घट नहीं कीता। उस वेले एक गल होर दस देवां
ਭਗਤ ਨਾਮਦੇਵ ਜੀ ਨਾ ਤਾਂ ਸਨ ਮੁਸਲਮਾਨ, ਨਾ ਸਨ ਈਸਾਈ, ਨਾ ਉਹ ਸਨ ਉਦੋਂ ਗੁਰੂ ਨਾਨਕ ਦਾ ਧਰਮ ਤੇ ਆਇਆ ਹੀ ਨਹੀਂ ਸੀ। ਉਹ ਹਿੰਦੂ ਸ਼ੂਦਰ ਜਾਤੀ ਵਿੱਚੋਂ ਸਨ, ਨੀਚ ਜਾਤੀ ਵਿੱਚੋਂ ਸਨ, ਹਿੰਦੂ ਹੀ ਸਨ। ਔਰ ਉਹ ਹਿੰਦੂ ਹੋ ਕੇ ਜੋ ਸਮਝਦੇ ਸਨ, ਜੋ ਉਹਨਾਂ ਨੂੰ ਸਮਝ ਪਈ ਉਹ ਗੱਲ ਕਰ ਰਹੇ ਆ, ਉਹ ਸਵਾਲ ਕਰ ਰਹੇ ਨੇ ਵੀ ਦੋਨਾਂ 'ਚੋਂ ਕਿਹੜਾ ਪੱਖ ਸਹੀ ਹੈ ਭਈ, ਜਾਂ ਤਾਂ ਆਹ ਸਹੀ ਹੈ ਤੇ ਜਾਂ ਦੂਜਾ ਸਹੀ ਹੈ, ਦੱਸੋ ਪੰਡਤ ਜੀ, ਤੁਹਾਨੂੰ ਤੇ ਆਪ ਹੀ ਵਿਸ਼ਵਾਸ ਨਹੀਂ ਹੈ। ठीक है। पांडे तुमरा रामचंद्र सो भी आवत देखा था। नामदेव जी कह रहे कि तुहाडा रामचंद्र भी मैं देखा। मतलब एक पासे राम नूं भगवान कहते हो कि वो भगवान है, आप अवतार धर के आया, पर दूजे पासे उसे रामचंद्र दे बारे तुसी ये भी कहते हो उसे रामचंद्र दे बारे ये भी कहते हो कि भाई उसकी जो है लड़ाई हो गई रावण दे नाल, ते उसकी अपनी नार नूं सीता नूं उसने गवा लिया सी। मतलब उसते वड्डा वड्डा रब भी कहते हो, और रब नूं फिर रोंदा होया भी दिखाउंदे हो, रब नूं ये भी दस रहे कि उसकी घर वाली नूं लै गया। ये कहानियां दोनों तुसी दस रहे हो। भगत नामदेव जी कह रहे दोनों जो केड़ी सही है केड़ी गल। जे तां इन्ना वो बलहीन सी कि रावण ऐ कर गया, फिर भाई इहनूं रब ना कहो। जो रब सी तां इंज हो नहीं सकता। मतलब तुसी बेविश्वासे बंदे हो। अगे भगत नामदेव जी कह रहे ने कि भाई हिंदू अन्ना तुरकू काना, दोहां ते ज्ञानी सियाणा। कहिंदे भी हिंदू अन्ना। हुण कई वीर ना इसका बड़ा नजायज़ फायदा उठाउंदे आ भी देखो हिंदुआं बारे किन्ना भैड़ा लिखिया, मुसलमानां नूं ऐ लिखिया। भाई अगे सिखां बारे भी देख लो असीं कित्थे खड़े हाँ। हिंदू अन्ना क्यों लिखिया इत्थे भगत नामदेव जी ने कि एक तां ये अपने इष्ट ते विश्वास नहीं करता, मतलब उसकी पूजा भी करी जा रहा, उहदे विच नुक्स भी कढ़ी जा रहा। कहानी दोनों आप ही बनाउंदा है और एक वल बिल्कुल स्टेबल नहीं है। दूजा की करदा है, वो समझदा कि रब मंदिर विच है। और जिहड़ा तुरकू काना क्यों कहा कि वो एक गल तो समझ गया, उसका विश्वास तो अपने हजरत मुहम्मद ते पक्का आ, पर वो भी समझदा है कि रब जिहड़ा है वो मस्जिद विच है। ते कहिंदा भी इस करके ए कमज़ोरियां ने। दोहां ते ज्ञानी सियाणा। ज्ञानी असी साडे ज्ञानी जदों कथा करदे हो कहिंदे ज्ञानी असी पे सियाणे आ ना पई। ज्ञानी है ज्ञानवान पुरुष। किहो जिहा होवे ज्ञानवान पुरुष? आओ असी अगे देखते हैं। हिंदू पूजे देवरा मुसलमान मसीत। कहते भी हिंदू लोग देवरा मंदिर की पूजा करते ने, मुसलमान मसीत। पर नामे सोई पूजया नामे सोई सेवया, जय देवरा नाम मसीत। नामे ने दोनों चीज़ां छड़ दित्तियां, देवरा भी मसीत भी। और की क्या नामदेव ने? ईबै बीठल उबै बीठल, बीठल बिन संसार नहीं। और हर थां रब ते हर थां पई, हर हिरदे विच, हर कट विच। किसी एक जगह फिक्स क्यों करदे हो? सो ਇਹ ਜਿਹੜਾ भगत नामदेव जी का शब्द आपां क्यों विचारिया, ਉਹਦਾ कारण ਇਹ है कि भाई गायत्री जिस बारे आप ही ब्राह्मण पंडित ये कह रहा कि उसनूं श्राप मिल गया सी, और श्राप मिल गया वो गां बन गई, गां बन के वो किसी जट दे खेत विच
ਪੱਠੇ ਖਾਣ ਲੱਗ ਗਈ। ਜੱਟ ਨੇ ਉਹਦੀ ਟੰਗ ਲੱਤ ਤੋੜ ਦਿੱਤੀ, ਉਹ ਲੰਗੜਾ ਕੇ ਚੱਲਣ ਲੱਗ ਗਈ ਕਿ ਵੀ ਜਿਹੜੀ ਆਪ ਲੰਗੜਾ ਕੇ ਚੱਲਦੀ ਹੈ ਤੁਹਾਡਾ ਕਿੱਦਾਂ ਭਲਾ ਕਰੂ। ਤਾਂ ਇੱਧਰ ਇੱਕ ਕਵੀ ਸੰਤੋਖ ਸਿੰਘ ਇਹ ਦੱਸ ਰਿਹਾ ਕਿ ਭਾਈ ਗਾਇਤਰੀ ਦਾ ਮੰਤਰ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕੀਤਾ, ਇਸ ਕਰਕੇ ਜਿਹੜੀ ਸਾਰੀ ਪ੍ਰੋਬਲਮ ਆਈ ਹੈ ਇਸ ਕਰਕੇ ਆਈ ਹੈ। ਅਤੇ ਇਹ ਅਸੀਂ ਵਿਚਾਰ ਤਾਂ ਕੀਤੀ ਹੈ ਕਿ ਇਹ ਗ੍ਰੰਥ ਦਾ ਕਰਤਾ ਜਿਹੜਾ ਇਹ ਘੁੰਮ ਫਿਰਾ ਕੇ ਸਾਨੂੰ ਜਿਹੜਾ ਉਸੇ ਖੱਡ ਵਿੱਚ ਉਸੇ ਖੂਹ ਵਿੱਚ ਸੁੱਟਣਾ ਚਾਹੁੰਦਾ ਹੈ, ਉਹੀ ਕਰਮ ਕਾਂਡ ਕਰਾਉਣੇ ਚਾਹੁੰਦਾ ਜਿਨ੍ਹਾਂ ਤੋਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਕੱਢ ਕੇ ਗਏ ਸੀ। ਗੁਰੂ ਗ੍ਰੰਥ ਸਾਹਿਬ ਜੀ ਗਾਇਤਰੀ ਮੰਤਰ ਨੂੰ, ਗਾਇਤਰੀ ਦੇਵੀ ਦੀ ਕੋਈ ਵਡਿਆਈ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਦੀ ਕੋਈ ਵਡਿਆਈ ਨਹੀਂ, ਪਰ ਇਹ ਪੂਰਾ ਜ਼ੋਰ ਦੇ ਕੇ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਇਸ ਲਈ ਛੱਡਣਾ ਪਿਆ, ਸਰਸਾ ਨਦੀ 'ਤੇ ਵਿਛੋੜਾ ਇਸ ਲਈ ਹੋਇਆ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਇਸ ਲਈ ਹੋਈ, ਮਾਤਾ ਜੀ ਦੀ ਸ਼ਹੀਦੀ ਹੋਈ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਉਸ ਦਾ ਕਾਰਨ ਇਹ ਹੈ ਕਿ ਗਾਇਤਰੀ ਦੇਵੀ ਜਿਹੜੀ ਨਾਰਾਜ਼ ਹੋ ਗਈ, ਉਸਨੇ ਸ਼ਰਾਪ ਦਿੱਤਾ। ਤੋ ਅੰਦਾਜ਼ਾ ਅਸੀਂ ਆਪੇ ਲਾ ਲੈਣਾ ਕਿ ਇਹ ਲਿਖਾਰੀ ਕਵੀ ਸੰਤੋਖ ਸਿੰਘ ਜਾਂ ਇਸ ਨੂੰ ਅੱਜ ਦੇ ਸਾਡੇ ਪ੍ਰਚਾਰਕ ਪ੍ਰਮੋਟ ਕਰਨ ਵਾਲੇ ਸਿੱਖੀ ਨੂੰ ਕਿਹੜੀ ਖੱਡ ਵਿੱਚ ਸੁੱਟਣਾ ਚਾਹੁੰਦੇ ਹਨ। ਹੋਰ ਤਾਂ ਹੋਰ ਫਿਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੇਲੇ ਤੋਂ ਵਾਪਸ ਆਏ ਤਾਂ ਜਿਹੜਾ ਮੰਡੀ ਦਾ ਰਾਜਾ, ਉਸ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਵਾਪਸ ਇਸੇ ਰਸਤੇ ਜਾਣਗੇ, ਸਾਡੇ ਮਹਿਲਾਂ ਵਿੱਚ, ਸਾਡੇ ਰਾਜ ਵਿੱਚ, ਸਾਡੀ ਰਾਜਧਾਨੀ ਵਿੱਚ ਆਪਣੇ ਚਰਨ ਪਾਉਣ। ਉਹ ਅੱਗੋਂ ਗੁਰੂ ਸਾਹਿਬ ਨੂੰ ਲੈਣ ਚੱਲ ਪਿਆ। ਅੱਗੋਂ ਜਦੋਂ ਲੈਣ ਚੱਲ ਪਿਆ ਤਾਂ ਜਾ ਕੇ ਮਿਲਿਆ, ਆਪ ਨਾਲ ਉਹਨਾਂ ਦੇ ਹੋ ਕੇ ਆਪਣੇ ਸ਼ਹਿਰ ਨੂੰ ਲੈ ਕੇ ਆ ਰਿਹਾ। ਰਾਸਤੇ ਦੇ ਵਿੱਚ ਜਦੋਂ ਦੁਪਹਿਰ ਢਲ ਗਈ ਤਾਂ ਇੱਕ ਜਗ੍ਹਾ ਨਦੀ ਦੇ ਕਿਨਾਰੇ 'ਤੇ ਉੱਥੇ ਉਤਾਰਾ ਕੀਤਾ ਔਰ ਰਾਜੇ ਦੇ ਕਹਿਣ 'ਤੇ ਉੱਥੇ ਵਿਛਾਉਣੇ ਵਿਛਾਏ ਗਏ, ਉੱਥੇ ਤਾਂ ਕਿ ਆਰਾਮ ਕਰ ਲੈਣ। ਜਿਹੜੀ ਸ਼ਰਾਰਤ ਇੱਥੇ ਕਵੀ ਖਾਸ ਕਰ ਰਿਹਾ, ਮੈਂ ਉਸ ਦਾ ਜ਼ਿਕਰ ਇੱਥੇ ਕਰਾਂਗਾ ਕਿਉਂਕਿ ਇਸ ਕਵੀ ਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਈ, ਖਾਸ ਕਰਕੇ ਸਾਰੇ ਗੁਰੂ ਸਾਹਿਬਾਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਉਹਨਾਂ ਨੇ ਸਾਨੂੰ ਮਾਰਸ਼ਲ ਸਪਿਰਿਟ ਦਿੱਤੀ ਸੀ, ਉਹਨਾਂ ਨੇ ਸਾਨੂੰ ਹਥਿਆਰਾਂ ਨੂੰ ਹਮੇਸ਼ਾ ਕੋਲ ਰੱਖਣ ਦਾ ਉਪਦੇਸ਼ ਦਿੱਤਾ ਸੀ, ਜੁਝਾਰੂ ਬਣਾਇਆ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਇਹ ਸਭ ਤੋਂ ਜ਼ਿਆਦਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਵੀ ਬਹੁਤ ਜ਼ਿਆਦਤੀ ਕੀਤੀ ਕਿਉਂਕਿ ਜਿਹੜਾ ਖੜਗ ਵਰਤਣ ਵਾਲੇ ਸਨ ਉਹਨਾਂ ਸਾਰਿਆਂ ਨਾਲ ਕਵੀ ਸੰਤੋਖ ਸਿੰਘ ਨੇ ਬਹੁਤ ਅਨਿਆਇ ਕੀਤਾ। ਦਸਾਂ ਗੁਰੂ ਸਾਹਿਬਾਨ ਨਾਲ ਕੀਤਾ, ਪਰ ਇਹਨਾਂ ਨਾਲ ਕੁਝ ਜ਼ਿਆਦਾ ਕੀਤਾ। ਔਰ ਜਿਹੜੀ ਸ਼ਰਾਰਤ ਕਰਨੀ ਇਹ ਭੁੱਲਦਾ ਨਹੀਂ। ਆਓ ਉਸ ਦਾ ਅਸੀਂ ਦਰਸ਼ਨ ਕਰਦੇ ਹਾਂ ਵੀ ਉਹ ਕਿਹੜੀ ਗੱਲ ਹੈ। ਉਹ ਗੱਲ ਹੈ, ਇਹ ਸਫਾ ਨੰਬਰ ਇਸ ਗ੍ਰੰਥ ਦੇ 526 'ਤੇ ਹੈ। ਹੁਣ ਤੱਕ ਜਿਹੜੀ ਅਸੀਂ ਵਿਚਾਰ ਕੀਤੀ ਹੈ ਉਹ 522 ਨੰਬਰ ਸਫੇ ਤੋਂ 10ਵੇਂ ਭਾਗ ਤੋਂ ਕੀਤੀ ਹੈ। ਉਤਰੇ ਤਟ ਪਰ ਲੈਬੇ ਅਮਲ, ਧਰੇ ਧਰਾ ਪਗ ਜੁਗ ਪਗ ਕਮਲ, ਦਾਸ ਆਏ ਸ਼ੁਭ ਫਰਸ਼ ਵਿਛਾਵਾ, ਤਬ ਸੁੱਖਾ ਤਤਕਾਲ ਬਣਾਵਾ। ਗੁਰੂ ਜੀ ਨਦੀ ਦੇ ਕਿਨਾਰੇ 'ਤੇ ਉਤਰੇ, ਅਮਲ ਟੁੱਟ ਗਿਆ ਸੀ ਅਤੇ ਪੈਰ ਥੱਲੇ ਉਤਾਰੇ ਜਦੋਂ ਤਾਂ ਉਹ ਰਾਜੇ ਨੇ ਉੱਥੇ ਫਰਸ਼ ਕਹਿੰਦੇ ਕੱਪੜਿਆਂ ਦੇ ਜਿੱਦਾਂ ਦਰੀਆਂ ਵਿਛਾ ਦੇਣੀਆਂ, ਸੋਹਣੇ ਕੱਪੜੇ ਵਿਛਾਉਣੇ, ਵਿਛਵਾ ਦਿੱਤਾ। ਫਿਰ ਪਹਿਲਾ ਕੰਮ ਕੀ ਕੀਤਾ, ਤਬ ਸੁੱਖਾ ਤਤਕਾਲ ਬਣਾਵਾ। ਪਹਿਲਾਂ ਫਟਾਫਟ ਸੁੱਖਾ ਰਗੜਿਆ, ਭੰਗ ਰਗੜੀ। ਅੱਗੇ ਹੈ, ਉਤਰਿਓ ਗਿਰਪਤ ਚੰਮੂ ਸਮੇਤ, ਰਾਜਾ ਵੀ ਸਾਰੇ ਆਪਣੇ ਲਾਮ ਲਸ਼ਕਰ ਦੇ ਨਾਲ ਉੱਥੇ ਉਤਰ ਗਿਆ। ਸ਼੍ਰੀ ਪ੍ਰਭ ਨਿਕਟ ਹੋਏ ਸਹਿ ਚੇਤ, ਗੁਰੂ ਸਾਹਿਬ ਦੇ ਨੇੜੇ ਹੋ ਕੇ ਉਹ ਵੀ ਬੈਠ ਗਿਆ।
थान थान तट सिंह थिरे हैं। थां थां ते सिंह, बहुत भाव विशाल पूरा काफला है। की कर रहे ने? भंग अफीम, भंग अफीमा खान करे हैं। की कर रहे ने? भंग खा रहे ने, अफीम खा रहे ने। ਜਿਹੜੇ ਸਾਰੇ ਸਿੰਘ ਉੱਥੇ ਜਥਾ ਉਤਰਿਆ ਹੋਇਆ ਨਾ, ਭੰਗ ਅਫੀਮਾ ਖਾਨ करे हैं। दोनों मादक गुर शक लीने। मतलब लिखारी मेक श्योर करदा है कि किते कल नूं कोई अर्थ करन लगा ਇਹ ਭੁਲੇਖਾ ਨਾ ਪਾ ਦੇ ਵੀ ਗੁਰੂ ਸਾਹਿਬ ਨੇ ਨਸ਼ਾ ਨਹੀਂ ਸੀ ਕੀਤਾ। ਸਿੱਖਾਂ ਨੇ ਕੁਝ ਸਿੱਖ ਕਰਦੇ ਹੋਣਗੇ, ਉਹਨਾਂ ਕੀਤਾ ਹੋਊਗਾ, ਗੁਰੂ ਸਾਹਿਬ ਨੇ ਥੋੜ੍ਹੀ ਕੀਤਾ। ਇਹ ਪੱਕਾ ਲਿਖਦਾ ਦੋਨੋਂ ਮਾਦਕ, ਦੋਨੋਂ ਨਸ਼ੇ ਗੁਰ ਛਕ ਲੀਨੇ, ਗੁਰੂ ਨੇ ਛਕ ਲੈ। ਸੋਚ ਇਸ਼ਨਾਨ ਸਭਨ ਤਨ ਕੀਨੇ। ਫਿਰ ਇਸ ਪੂਰਾ ਇਸ਼ਨਾਨ ਉਹਨਾਂ ਨੇ ਕੀਤਾ। श्री प्रभ तब दस्तार सजाई, ऊपर बंद जगह दमकाई। फिर गुरु साहब ने इशनान करन तो बाद दे विच दस्तार सजाई ते उत्ते कलगी सजाई। सो आ है गुरप्रताप सूरज ग्रंथ, जिस नूं साडे विद्वान, साडे प्रचारक ਅੱਡੀਆਂ ਚੁੱਕ ਚੁੱਕ ਕੇ ਕਹਿ ਰਹੇ ਨੇ ਕਿ ਇਹ ਜੇ ਸਾਡੇ ਕੋਲੋਂ ਚਲਾ ਗਿਆ ਤਾਂ ਫਿਰ ਇਤਿਹਾਸ ਕਿੱਥੋਂ ਲਿਆਵਾਂਗੇ। ਅਸਲ ਵਿੱਚ ਇਹ ਸਾਰੇ ਜਿੱਦਾਂ ਕਹਿੰਦੇ ਨਾ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਇਹ ਕੋਈ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ ਨਹੀਂ। ਇਹ ਗੁਰੂ ਦੇ ਦੋਖੀ ਨੇ ਸਾਰੇ, ਜਿਹੜੇ ਇਸ ਗ੍ਰੰਥ ਨੂੰ ਸਾਡੇ ਉੱਤੇ ਲੱਦ ਰਹੇ ਨੇ, ਵਾਰ-ਵਾਰ ਲੱਦ ਰਹੇ ਨੇ। ਇਹ ਸ਼ਰਾਰਤੀ ਲਿਖਾਰੀ ਉਹ ਕਹਿੰਦੇ ਜੀ ਮਿਲਾਵਟ ਕਰ ਦਿੱਤੀ, ਮਿਲਾਵਟ ਕਰ ਦਿੱਤੀ। ਦੱਸੋ ਨਾ ਕਿੱਥੇ ਮਿਲਾਵਟ ਹੈ? ਚੰਗਾ ਕਿਹੜਾ ਆ? ਜਿਹੜੀ ਵਡਿਆਈ ਕੀਤੀ ਉਹ ਇਸ ਲਈ ਸ਼ਹਿਦ ਹੈ ਉਹ। ਔਰ ਅਸਲ ਵਿੱਚ ਤਾਂ ਆਹ ਦਿਲ ਦੇ ਵਿੱਚ ਆਹ ਕਾਲਕ, ਆਹ ਜ਼ਹਿਰ ਹੈ ਜਿਹੜੀ ਕਵੀ ਦੇ, ਉਹ ਗੁਰੂ ਦੇ ਸਿਰ ਪਾਉਂਦਾ कि दोनों मादक गुर शक लीने। दोनों मादक, दोनों नशे गुरु ने शक ले। फिर सुरत आई, फिर इशनान किया, फिर पगड़ी सजाई, दस्तार सजाई और फिर उत्ते कलगी सजाई। सो अज दी विचार असी इत्थे संकोचदे हां भाई, इसने साडा छड्डिया फक्का नहीं। वीरो जे पूरी वीडियो सुन लेने हुन्ने आ, पसंद आउंदी आ ਤਾਂ ਭਾਈ ਫਿਰ ਇਹ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਭੇਜੋ। ਮੈਂ ਤਾਂ ਬਣਾ ਹੀ ਸਕਦਾ, ਖੋਜ ਕਰਕੇ ਤੁਹਾਡੇ ਤੱਕ ਪਹੁੰਚਾ ਸਕਦਾ। ਅੱਗੋਂ ਭਾਈ ਇਹ ਤੁਹਾਡੇ ਹੱਥ ਵੱਸ ਹੈ। ਜੇ ਚਾਹੁੰਦੇ ਹੋ ਸੱਚ ਦਾ ਪ੍ਰਕਾਸ਼ ਹੋਵੇ, ਚਾਹੁੰਦੇ ਹੋ ਗੁਰੂ ਦੀ ਅਸਲੀ ਵਡਿਆਈ ਸੰਗਤਾਂ ਵਿੱਚ ਪਹੁੰਚੇ, ਤਾਂ ਫਿਰ ਮੇਰੇ ਚੈਨਲ ਨਾਲ ਜੁੜੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ ਅਤੇ ਪਸੰਦ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।